Good afternoon, everybody. Respected principal, sir, my dear colleagues and students. In this buddy group program, which is running with an ambition to fight against drug abuse in state of Punjab. Last week, I spoke on the topic factors responsible for drug consumption. Madam Dhwani Bali from Department of Economics will enlighten us with her views on the topic adverse effects of drug abuse on our social system. Now I would like to invite Mrs. Dhwani to kindly come up for this online lecture and help us to know in detail about the adverse effects of drug abuse on our social system through PowerPoint presentation. Madam Dhoni Bali. Thank you, Professor Dakshji. Respected Principal Sir, my dear colleagues and students, a very good afternoon to all. ਅੱਜ ਮੈਂ ਜਿਸ ਵਿਸ਼ੇ ਤੇ ਆਪ ਸਭ ਨਾਲ ਗੱਲ ਕਰਨ ਜਾ ਰਹੀ ਹਾਂ ਉਹ ਅੱਜ ਨਾ ਕਿ ਸਿਰਫ ਪੰਜਾਬ ਦੇ ਲਈ ਹੀ ਬਲਕਿ ਪੂਰੇ ਦੇਸ਼ ਭਰ ਦੇ ਵਿੱਚ ਇੱਕ ਬਹੁਤ ਹੀ ਭਿਆਨਕ ਸਮੱਸਿਆ ਬਣ ਚੁੱਕੀ ਹੈ ਔਰ ਅਗਰ ਅਸੀਂ ਫਿਗਰਸ ਦੇ ਵੱਲ ਧਿਆਨ ਮਾਰੀਏ ਜੋ ਵੱਖਰੀਆਂ ਸੰਸਥਾਵਾਂ ਦੇ ਦੁਆਰਾ ਰਿਪੋਰਟਸ ਪਬਲਿਸ਼ ਹੋਈਆਂ ਹਨ ਉਹਨਾਂ ਰਿਪੋਰਟਸ ਦੇ ਵਿੱਚ ਬਹੁਤ ਹੀ ਹੈਰਾਨੀਜਨਕ ਜਿਹੜੇ ਜੋ ਰਿਕਾਰਡਸ ਹੈਗੇ ਆ ਡਾਟਾ ਸਾਡੇ ਸਾਹਮਣੇ ਆਉਂਦਾ ਕਿ ਕਿਸ ਤਰ੍ਹਾਂ ਪੰਜਾਬ ਔਰ ਪੂਰੇ ਭਾਰਤ ਦੇ ਵਿੱਚ ਜੋ ਡਰੱਗ ਐਬਿਊਜ਼ ਦੀ ਪ੍ਰੋਬਲਮ ਹੈ ਜੋ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਖਾਸ ਕਰ ਜੋ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਕਿਸ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਸੋ ਇਹ ਇੱਕ ਗੰਭੀਰ ਸਮੱਸਿਆ ਇੱਕ ਰੋਗ ਦੀ ਤਰ੍ਹਾਂ ਸਾਡੇ ਸਮਾਜ ਦੇ ਵਿੱਚ ਫੈਲ ਚੁੱਕੀ ਹੈ ਜਿਹਦੇ ਲਈ ਜੋ ਕਿ ਅੱਜ ਪੰਜਾਬ ਸਰਕਾਰ ਦੇ ਵੱਲੋਂ ਸਾਡੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ 2018 ਦੇ ਵਿੱਚ 72ਵੇਂ ਇੰਡੀਪੈਂਡੈਂਸ ਡੇ ਦੇ ਉੱਪਰ ਤੂੰ ਮੇਰਾ ਬੜੀ ਪ੍ਰੋਗਰਾਮ ਜੋ ਕਿ ਪੂਰੇ ਭਾਰਤ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਨਿਵੇਕਲਾ ਤੇ ਸਭ ਤੋਂ ਵੱਡਾ ਜੋ ਡਰੱਗ ਪ੍ਰੀਵੈਂਸ਼ਨ ਜਿਹੜਾ ਡਰੱਗ ਐਡਿਕਸ਼ਨ ਤੋਂ ਪ੍ਰੀਵੈਂਸ਼ਨ ਦੇ ਲਈ ਇੱਕ ਪ੍ਰੋਗਰਾਮ ਉਲੀਕਿਆ ਗਿਆ ਜਿਹਦੇ ਵਿੱਚ ਕਿ ਕਾਨੂੰਨ ਦੇ ਇਲਾਵਾ ਕਾਨੂੰਨੀ ਜੋ ਵੀ ਐਫਰਟਸ ਗਵਰਨਮੈਂਟ ਦੇ ਦੁਆਰਾ ਕੀਤੇ ਜਾ ਰਹੇ ਆ ਸਮਾਜ ਦੇ ਵਿੱਚੋਂ ਨਸ਼ਿਆਂ ਦੀ ਇਸ ਸਮੱਸਿਆ ਨੂੰ ਹੱਲ ਕਰਨ ਦਾ ਨਸ਼ਿਆਂ ਤੋਂ ਮੁਕਤ ਪੰਜਾਬ ਨੂੰ ਕਰਨ ਦਾ ਉਹਦੇ ਤੋਂ ਇਲਾਵਾ ਸਮਾਜਿਕ ਤੌਰ ਤੇ ਜੋ ਨੌਜਵਾਨ ਵਰਗ ਹੈ ਅਤੇ ਉਹਨਾਂ ਦੇ ਪੇਰੈਂਟਸ ਦੀ ਇਨਵੋਲਵਮੈਂਟ ਨੂੰ ਜੋ ਯਕੀਨੀ ਬਣਾ ਕੇ ਇੱਕ ਤੂੰ ਮੇਰਾ ਬਡੀ ਨਾਮ ਪ੍ਰੋਗਰਾਮ ਦੇ ਜਿਹੜਾ ਇੱਕ ਨਾਮ ਦੇ ਅਧੀਨ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਕਿ 6th ਕਲਾਸ ਤੋਂ ਔਨਵਰਡ ਸਾਰੇ ਜੋ ਕੋਈ ਵੀ ਸਕੂਲ ਕਾਲਜਿਸ ਜਾਂ ਜਿੰਨੇ ਵੀ ਟੈਕਨੀਕਲ ਇੰਸਟੀਟਿਊਸ਼ਨਸ ਹੈਗੇ ਆ ਉਹਨਾਂ ਦੇ ਵਿੱਚ ਜੋ ਵੀ ਵਿਦਿਆਰਥੀ ਪੜ੍ਹ ਰਹੇ ਹਨ ਉਹਨਾਂ ਨੂੰ ਇਸ ਪ੍ਰੋਗਰਾਮ ਦੇ ਨਾਲ ਜੋੜ ਕੇ ਜਿੱਥੇ ਉਹਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਦੇ ਪ੍ਰਤੀ ਅਵੇਅਰ ਕਰਨ ਦੀ ਕੋਸ਼ਿਸ਼ ਸਰਕਾਰ ਦੇ ਦੁਆਰਾ ਕੀਤੀ ਗਈ ਹੈ ਉਹਦੇ ਨਾਲ ਹੀ ਅਗਰ ਉਹਨਾਂ ਦੇ ਵਿੱਚੋਂ ਕੋਈ ਉਹਨਾਂ ਦਾ ਸਾਥੀ ਜਾਂ ਸਮਾਜ ਦੇ ਵਿੱਚ ਉਹਨਾਂ ਦੀ ਫੈਮਿਲੀ ਜਾਂ ਕੋਈ ਫਰੈਂਡ ਸਰਕਲ ਦੇ ਵਿੱਚ ਅਗਰ ਕੋਈ ਇਸ ਤਰ੍ਹਾਂ ਦਾ ਵਿਅਕਤੀ ਜੋ ਕਿ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਹੈ ਉਸ ਨੂੰ ਕਿਸ ਤਰ੍ਹਾਂ ਉਸ ਗ੍ਰਿਫਤ ਦੇ ਵਿੱਚੋਂ ਕੱਢ ਕੇ ਇੱਕ ਨੋਰਮਲ ਜ਼ਿੰਦਗੀ ਦੀ ਤਰਫ ਲਿਆਉਣਾ ਹੈ ਇਸ ਦੇ ਲਈ ਇਸ ਜੋ ਪ੍ਰੋਗਰਾਮ ਦੇ ਤਹਿਤ ਹੈ ਉਹ ਅਧਿਆਪਕਾਂ ਦੇ ਸਹਿਯੋਗ ਦੇ ਨਾਲ ਤੇ ਵਿਦਿਆਰਥੀਆਂ ਦੇ ਸਹਿਯੋਗ ਦੇ ਨਾਲ ਇਹ ਜੋ ਪ੍ਰੋਗਰਾਮ ਹੈ ਉਹ ਚਲਾਇਆ ਜਾਂਦਾ ਹੈ ਸੋ ਜਿਸ ਤਰ੍ਹਾਂ ਪਿਛਲੇ ਲੈਕਚਰ ਦੇ ਵਿੱਚ ਵੀ ਪ੍ਰੋਫੈਸਰ ਦਕਸ਼ ਜੀ ਨੇ ਜੋ ਇਹ ਰੀਜ਼ਨਸ ਡਰੱਗ ਐਬਿਊਜ਼ ਦੇ ਜਾਂ ਡਰੱਗ ਐਡਿਕਸ਼ਨ ਦੇ ਵੱਲ ਇੰਨਾ ਜ਼ਿਆਦਾ ਜੋ ਨੌਜਵਾਨਾਂ ਦਾ ਰੁਝਾਨ ਹੈ ਉਹ ਕਿਹਨਾਂ ਕਾਰਨਾਂ ਕਰਕੇ ਇਹ ਡਰੱਗਸ ਦੇ ਵੱਲ ਜਾਂਦੇ ਆ ਡਰੱਗ ਯੂਜ਼ ਕਰਦੇ ਆ ਉਹਦੇ ਬਾਰੇ ਡਿਟੇਲ ਦੇ ਵਿੱਚ ਗੱਲ ਕੀਤੀ ਸੀ ਸੋ ਅੱਜ ਮੈਂ ਆਪ ਸਭ ਦੇ ਨਾਲ ਜੋ ਇਹ ਡਰੱਗ ਐਬਿਊਜ਼ ਦੇ ਕਰਕੇ ਡਰੱਗ ਐਡਿਕਸ਼ਨ ਦੇ ਕਰਕੇ ਜੋ ਸਾਡੇ ਸੋਸ਼ਲ ਸਿਸਟਮ ਦੇ ਉੱਤੇ ਸਮਾਜ ਦੇ ਉੱਪਰ ਜੋ ਪ੍ਰਭਾਵ ਪੈਂਦੇ ਹਨ ਉਹਨਾਂ ਦੇ ਬਾਰੇ ਆਪ ਸਭ ਨਾਲ ਜਾਣਕਾਰੀ ਸਾਂਝੀ ਕਰਨਾ ਚਾਹਾਂਗੀ ਸੋ ਸਭ ਤੋਂ ਪਹਿਲੇ ਅਗਰ ਅਸੀਂ ਡਰੱਗ ਐਬਿਊਜ਼ ਦੇ ਮਤਲਬ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਡਰੱਗ ਦਾ ਜੋ ਮਤਲਬ ਹੈ ਆਮ ਤੌਰ ਤੇ ਅਸੀਂ ਇੱਕ ਕਾਮਨ ਲੈਂਗੁਏਜ ਦੇ ਵਿੱਚ ਮੈਡੀਸਨ ਤੇ ਡਰੱਗ ਦਾ ਮਤਲਬ ਸੇਮ ਸਮਝਦੇ ਹਾਂ ਲੇਕਿਨ ਡਰੱਗ ਮੈਡੀਸਨ ਦੇ ਨਾਲੋਂ ਇੱਕ ਵੱਖਰੀ ਚੀਜ਼ ਹੈ ਡਰੱਗ ਦਾ ਜੋ ਯੂਜ਼ ਹੈ ਜਦੋਂ ਕੋਈ ਵੀ ਵਿਅਕਤੀ ਕਿਸੇ ਖਾਸ ਕਿਸਮ ਦੇ ਡਰੱਗ ਨੂੰ ਲਗਾਤਾਰ ਯੂਜ਼ ਕਰਦਾ ਹੈ ਲੰਮੇ ਸਮੇਂ ਦੇ ਲਈ ਉਹਦਾ ਐਡਿਕਟ ਹੋ ਜਾਂਦਾ ਹੈ ਤੇ ਉਹਦੇ ਉਸਦੀ ਬਾਡੀ ਦੇ ਉੱਪਰ ਨੈਗੇਟਿਵ ਪ੍ਰਭਾਵ ਪੈਂਦੇ ਹਨ ਉਹ ਮਾਨਸਿਕ ਪ੍ਰਭਾਵ ਵੀ ਹੋ ਸਕਦੇ ਆ ਤੇ ਫਿਜ਼ੀਕਲੀ ਵੀ ਉਹਨੂੰ ਜਿਹੜਾ ਸਰੀਰਕ ਤੌਰ ਤੇ ਵੀ ਪ੍ਰਭਾਵ ਇਹ ਮਾੜੇ ਹੋ ਸਕਦੇ ਆ ਉਸ ਨੂੰ ਅਸੀਂ ਡਰੱਗ ਦੀ ਕੈਟੇਗਰੀ 'ਚ ਲੈਂਦੇ ਹਾਂ ਜਦ ਕਿ ਮੈਡੀਸਨ ਦੇ ਮਾਮਲੇ ਦੇ ਵਿੱਚ ਜੋ ਹੈ ਉਹਦਾ ਕੋਈ ਨੈਗੇਟਿਵ ਇਫੈਕਟ ਬਾਡੀ ਤੇ ਨਹੀਂ ਰਹਿੰਦਾ ਔਰ ਉਹ ਕਿਸੇ ਡਿਸੀਜ਼ ਨੂੰ ਕਿਉਰ ਕਰਨ ਦੇ ਲਈ ਅਸੀਂ ਯੂਜ਼ ਕਰਦੇ ਹਾਂ ਤਾਂ
ਐਡਿਕਸ਼ਨ ਦੀ ਅਗਰ ਅਸੀਂ ਗੱਲ ਕਰੀਏ, ਜਿਸ ਤਰ੍ਹਾਂ ਇੱਥੇ ਅਸੀਂ ਪ੍ਰੈਜੈਂਟੇਸ਼ਨ 'ਚ ਦੇਖ ਸਕਦੇ ਹਾਂ ਕਿ ਐਡਿਕਸ਼ਨ ਮੀਨਸ ਫੇਲੀਅਰ ਆਫ ਲਿਵਿੰਗ ਅ ਨੋਰਮਲ ਲਾਈਫ ਵਿਦਆਊਟ ਸਮਥਿੰਗ। ਜਦੋਂ ਕੋਈ ਵਿਅਕਤੀ ਕਿਸੇ ਖਾਸ ਕਿਸਮ ਦੀ ਕੋਈ ਚੀਜ਼ ਨੂੰ ਯੂਜ਼ ਕੀਤੇ ਬਿਨਾਂ ਇੱਕ ਨੋਰਮਲ ਲਾਈਫ ਨਹੀਂ ਜੀ ਸਕਦਾ, ਤਾਂ ਅਸੀਂ ਕਹਿ ਦਿੰਦੇ ਹਾਂ ਕਿ ਉਸ ਦੀ ਆਦਤ ਲੱਗ ਚੁੱਕੀ ਹੈ, ਕਿਸੇ ਵਿਅਕਤੀ ਨੂੰ ਐਡਿਕਸ਼ਨ ਹੋ ਗਈ ਹੈ। ਸੋ ਦੈਟ ਮੀਨਸ ਡਰੱਗ ਐਡਿਕਸ਼ਨ ਦਾ ਕੀ ਮਤਲਬ ਹੋਇਆ ਕਿ ਕਿਸੇ ਵਿਅਕਤੀ ਦੀ ਲਾਈਫ ਦੇ ਵਿੱਚ ਐਸੀ ਇੱਕ ਐਡਵਾਂਸ ਸਟੇਜ, ਇੱਕ ਐਸੀ ਕਰੋਨਿਕ ਸਟੇਜ, ਜਿਸ ਸਟੇਜ ਤੇ ਪਹੁੰਚਣ ਤੋਂ ਬਾਅਦ ਉਹ ਵਿਅਕਤੀ ਇੱਕ ਖਾਸ ਕਿਸਮ ਦੇ ਡਰੱਗ ਨੂੰ ਯੂਜ਼ ਕੀਤੇ ਬਿਨਾਂ, ਕੰਜ਼ਿਊਮ ਕੀਤੇ ਬਿਨਾਂ ਉਹ ਇੱਕ ਨੋਰਮਲ ਲਾਈਫ ਜਿਹੜੀ ਹੈ ਨਹੀਂ ਜੀ ਸਕਦਾ। ਸੋ ਇਸ ਤਰ੍ਹਾਂ ਅਗਰ ਅਸੀਂ WHO ਦੀ ਡੈਫੀਨੇਸ਼ਨ ਤੇ ਵੀ ਜ਼ਰਾ ਧਿਆਨ ਮਾਰੀਏ ਤਾਂ WHO ਦੇ ਅਕੋਰਡਿੰਗ ਵੀ ਜੋ ਡਰੱਗ ਐਡਿਕਸ਼ਨ ਹੈ ਉਹ ਕੀ ਹੈ ਕਿ ਇੱਕ ਐਸੀ ਸਟੇਜ ਹੈ, ਇੱਕ ਕਰੋਨਿਕ ਸਟੇਜ ਆ ਜਿਹਦੇ ਵਿੱਚ ਕਿ ਕੋਈ ਵਿਅਕਤੀ ਇੱਕ ਰਿਪੀਟਡਲੀ ਕਿਸੇ ਡਰੱਗ ਦਾ ਬਾਰ-ਬਾਰ ਯੂਜ਼ ਕਰ ਰਿਹਾ ਹੈ, ਚਾਹੇ ਉਹ ਨੈਚੁਰਲ ਡਰੱਗ ਹੈ, ਚਾਹੇ ਉਹ ਸਿੰਥੈਟਿਕ ਡਰੱਗ ਵੀ ਹੋ ਸਕਦੀ ਹੈ, ਜਿਹਦਾ ਕਿ ਨਾ ਸਿਰਫ ਉਸ ਵਿਅਕਤੀ ਤੇ ਪ੍ਰਭਾਵ ਪੈਂਦਾ ਹੈ ਜੋ ਕਿ ਉਹਨੂੰ ਯੂਜ਼ ਕਰ ਰਿਹਾ, ਬਲਕਿ ਉਹਦੇ ਨਾਲ ਹੀ ਜੋ ਸੁਸਾਇਟੀ ਦੇ ਉੱਪਰ ਵੀ ਉਹਦੇ ਬਹੁਤ ਸਾਰੇ ਮਾਰੂ ਪ੍ਰਭਾਵ ਸਾਨੂੰ ਦੇਖਣ ਨੂੰ ਮਿਲਦੇ ਆ। ਸੋ ਅਗਰ ਹੁਣ ਅਸੀਂ ਗੱਲ ਕਰੀਏ ਕਿ ਕਿਸ ਤਰ੍ਹਾਂ ਇਹ ਡਰੱਗਸ ਜੋ ਹੈ, ਡਰੱਗ ਐਡਿਕਟਡ ਵਿਅਕਤੀ ਆ ਉਹ ਕਿਸ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਜਾਂ ਸਮਾਜ ਕਿਸ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ, ਤਾਂ ਇਹਦੇ ਨਾਲ ਜੋ ਫਿਜ਼ੀਕਲ ਤੇ ਸਾਈਕੋਲੋਜੀਕਲ ਇਹਦੇ ਬਹੁਤ ਸਾਰੇ ਇਫੈਕਟਸ ਨਜ਼ਰ ਆਉਂਦੇ ਆ। ਜਦ ਸਰੀਰਕ ਤੌਰ ਤੇ ਵੀ ਬਹੁਤ ਸਾਰੀਆਂ ਬਿਮਾਰੀਆਂ ਇੱਕ ਡਰੱਗ ਐਬਿਊਜ਼ਰ ਉਹਦੇ ਨਾਲ ਦੀ ਨਾਲ ਜੋ ਮਾਨਸਿਕ ਰੋਗਾਂ ਦਾ ਵੀ ਉਹ ਸ਼ਿਕਾਰ ਹੁੰਦੇ ਆ। ਅਕਸਰ ਹੀ ਅਸੀਂ ਦੇਖਦੇ ਹਾਂ ਕਿ ਜੋ ਲੋਕ ਨਸ਼ੇ ਦੇ ਆਦੀ ਹੁੰਦੇ ਆ ਉਹਨਾਂ ਦੇ ਐਂਜ਼ਾਈਟੀ ਜਾਂ ਡਿਪਰੈਸ਼ਨ ਵਰਗੀਆਂ ਜਿਹੜੀਆਂ ਸਮੱਸਿਆਵਾਂ ਉਹ ਆਮ ਹੀ ਦੇਖਣ ਨੂੰ ਮਿਲਦੀਆਂ। ਸੋ ਇੱਥੇ ਮੈਂ ਅੱਜ ਦੇ ਲੈਕਚਰ ਦੇ ਵਿੱਚ ਜੋ ਮੇਨ ਫੋਕਸ ਕਰਾਂਗੀ ਉਹ ਹੈ ਕਿ ਡਰੱਗ ਐਬਿਊਜ਼ ਦਾ ਜੋ ਸੋਸ਼ਲ ਸਿਸਟਮ ਦੇ ਉੱਪਰ, ਸਾਡੀ ਸੁਸਾਇਟੀ ਦੇ ਉੱਪਰ ਕਿਸ ਤਰ੍ਹਾਂ ਪ੍ਰਭਾਵ ਜਿਹੜਾ ਹੈ ਬੁਰਾ ਪੈਂਦਾ ਹੈ। ਇੱਕ ਇੰਡੀਵਿਜੂਅਲ ਜੋ ਡਰੱਗ ਯੂਜ਼ ਕਰ ਰਿਹਾ ਹੈ ਉਹਦੇ ਨਾਲ ਨਾਲ ਉਹਦੀ ਫੈਮਿਲੀ ਤਾਂ ਪ੍ਰਭਾਵਿਤ ਹੁੰਦੀ ਹੈ। ਸੋ ਬਟ ਇਹਦੇ ਨਾਲ ਦੀ ਨਾਲ ਹੀ ਜੋ ਸਮਾਜ ਹੈ ਸਾਡਾ ਉਹ ਵੀ ਇੱਕ ਬਹੁਤ ਇੱਕ ਕਹਿ ਸਕਦੇ ਡੈਟਰੀਮੈਂਟਲ ਇਫੈਕਟਸ ਉਹਦੇ ਉੱਪਰ ਪੈਂਦੇ ਆ। ਸੋ ਫਸਟ ਆਫ ਆਲ ਅਗਰ ਡਰੱਗ ਐਬਿਊਜ਼ਰਸ ਦੇ ਦੁਆਰਾ ਜੋ ਸੁਸਾਇਟੀ ਦੇ ਉੱਪਰ ਨੈਗੇਟਿਵ ਪ੍ਰਭਾਵ ਪੈਂਦਾ ਉਹਦੀ ਗੱਲ ਕਰੀਏ ਤਾਂ ਅਸੀਂ ਦੇਖ ਸਕਦੇ ਹਾਂ ਕਿ ਅੱਜ ਸਮਾਜ ਦੇ ਵਿੱਚ ਖਾਸ ਕਰਕੇ ਅਸੀਂ ਭਾਰਤ ਦੀ ਵੀ ਗੱਲ ਕਰੀਏ ਤਾਂ ਡੋਮੈਸਟਿਕ ਵਾਇਲੈਂਸ ਐਂਡ ਡਾਈਵੋਰਸਿਸ ਦੇ ਨੰਬਰ ਦੇ ਵਿੱਚ ਜੋ ਇਹ ਕੇਸਿਸ ਰਜਿਸਟਰ ਹੁੰਦੇ ਆ ਡੋਮੈਸਟਿਕ ਵਾਇਲੈਂਸ ਦੇ ਜਾਂ ਡਾਈਵੋਰਸਿਸ ਦੇ ਅਸੀਂ ਵੱਧ ਰਿਹਾ ਨੰਬਰ ਦੇਖ ਰਹੇ ਹਾਂ, ਤਾਂ ਉਹਦੇ ਪਿੱਛੇ ਇੱਕ ਬੜਾ ਮੇਜਰ ਰੀਜ਼ਨ ਰਹਿੰਦਾ ਹੈ। ਅਗਰ ਕਾਰਨ ਖੰਗਾਲਣ ਦੀ ਕੋਸ਼ਿਸ਼ ਕਰੀਏ ਤਾਂ ਇੱਕ ਕਾਰਨ ਹੈ ਕਿ ਉਸ ਫੈਮਿਲੀ ਦੇ ਵਿੱਚ ਜੋ ਕੋਈ ਨਾ ਕੋਈ ਮੈਂਬਰ ਡਰੱਗਸ ਤੋਂ ਜਿਹੜਾ ਆ ਐਡਿਕਟਡ ਹੁੰਦਾ ਆ, ਜਿਹਦੀ ਵਜ੍ਹਾ ਦੇ ਨਾਲ ਅਕਸਰ ਹੀ ਦੇਖਦੇ ਹਾਂ ਅਸੀਂ ਕਿ ਜੋ ਡਰੱਗ ਐਡਿਕਟਡ ਪਰਸਨ ਹੁੰਦਾ ਹੈ ਉਹਦਾ ਬਿਹੇਵੀਅਰ ਜੋ ਹੈ ਉਹ ਆਮ ਤੌਰ 'ਤੇ ਅਗਰੈਸਿਵ ਹੋ ਜਾਂਦਾ ਹੈ। ਹੁਣ ਉਸ ਅਗਰੈਸਿਵ ਬਿਹੇਵੀਅਰ ਦੇ ਚੱਲਦਿਆਂ ਉਹ ਫੈਮਿਲੀ ਮੈਂਬਰਸ ਦੇ ਨਾਲ ਕਈ ਵਾਰ ਸਰੀਰਕ ਮਾਨਸਿਕ ਹਿੰਸਾ ਜਿਹੜੀ ਹੈ ਉਹ ਵੀ ਕਰਦਾ ਹੈ, ਅਤੇ ਜਿਹਦੇ ਕਰਕੇ ਇੱਕ ਫੈਮਲੀਜ਼ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਫੈਮਲੀਜ਼ ਵੀ ਡਿਸੋਲਵ ਹੋ ਜਾਂਦੀਆਂ ਆ ਔਰ ਡਾਈਵੋਰਸਿਸ ਦਾ ਨੰਬਰ ਜਿਹੜਾ ਆ ਉਹ ਕਾਫੀ ਵੱਧਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਇਹ ਡਰੱਗਸ ਨੂੰ ਜੋ ਲੋਕ ਡਰੱਗ ਐਡਿਕਟਡ ਹੈਗੇ ਆ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਟਰਾਂਸਫਰੇਬਲ ਡਿਸੀਜ਼ਜ਼ ਲਾਈਕ HIV, ਹੈਪੇਟਾਈਟਸ B, ਹੈਪੇਟਾਈਟਸ C, ਇਸ ਤਰ੍ਹਾਂ ਦੇ ਮਾਰੂ ਜਿਹੜੇ ਰੋਗ ਹੈਗੇ ਆ ਉਹ ਇਹਨਾਂ ਨੂੰ ਲੱਗ ਜਾਂਦੇ ਆ। ਬਿਕੋਜ਼ ਜਦੋਂ ਇਹ ਨਸ਼ੇ ਵਰਤਦੇ ਆ ਤਾਂ ਇੱਕ ਦੂਸਰੇ ਤੋਂ ਜਿਹੜੀਆਂ ਇਹ ਡਿਸੀਜ਼ਜ਼ ਕਈ ਵਾਰ ਟਰਾਂਸਫਰ ਹੋ ਜਾਂਦੀਆਂ ਇਹਨਾਂ ਨੂੰ, ਔਰ ਬਹੁਤ ਸਾਰੀਆਂ ਜਿਹੜੀਆਂ ਮੌਤਾਂ ਵੀ ਇਹ ਸਾਡੇ ਜੋ ਦੇਸ਼ ਦੇ ਵਿੱਚ ਪੰਜਾਬ ਦੇ ਵਿੱਚ ਇਹ ਨਸ਼ਿਆਂ ਦੀ ਵਰਤੋਂ ਦੇ ਕਰਕੇ ਹੋ ਰਹੀਆਂ ਆ। ਸੋ ਇੱਕ ਸਰਵੇ ਦੀ ਰਿਪੋਰਟ ਦੇ ਅਨੁਸਾਰ ਹਰੇਕ ਹਫ਼ਤੇ ਦੇ ਵਿੱਚ ਇੱਕ ਮੌਤ ਜਿਹੜੀ ਪੰਜਾਬ ਦੇ ਵਿੱਚ ਹੈ ਉਹ ਉਹਦੇ ਪਿੱਛੇ ਦਾ ਜੋ ਕਾਰਨ ਹੈ ਉਹ ਨਸ਼ਿਆਂ ਦੀ ਵਰਤੋਂ ਹੈ। ਸੋ ਇਹਦੇ ਤੋਂ ਇਲਾਵਾ ਅਗਰ ਦੇਖੀਏ ਕਿ ਜੋ ਸੋਸ਼ਲ ਰਿਲੇਸ਼ਨਸ਼ਿਪਸ ਹਨ ਐਸੇ ਵਿਅਕਤੀਆਂ ਦੇ ਜੋ ਡਰੱਗ ਐਡਿਕਟਡ ਹਨ ਉਹ ਵੀ ਹਾਰਮੋਨੀਅਸ ਨਹੀਂ ਰਹਿੰਦੇ, ਕਿਉਂਕਿ ਜੋ ਪਰਸਨ ਡਰੱਗ ਐਡਿਕਟਡ ਹੈ ਆਮ ਤੌਰ 'ਤੇ ਫੈਮਿਲੀ ਦੇ ਵਿੱਚ ਜਾਂ ਉਸਦੇ ਰਿਸ਼ਤੇਦਾਰ ਜੋ ਜਾਂ ਉਹਦਾ ਕੋਈ ਨੇਬਰਹੁੱਡ ਹੈ ਉਹਦੇ ਵੱਲੋਂ ਉਹਦੇ 'ਤੇ ਕੋਈ ਜੋ ਟਰਸਟ ਨਹੀਂ ਕੀਤਾ ਜਾਂਦਾ, ਉਹਨਾਂ ਦੇ ਨਾਲ ਜੋ ਆਪਸੀ ਪਰਿਵਾਰਿਕ ਸੰਬੰਧ ਹਨ ਉਹਨਾਂ ਦੇ ਵਿੱਚ ਵੀ ਜਿਹੜੀ ਇੱਕ ਕੁੜੱਤਣ ਆ ਉਹ ਸਮਾਜ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਜਿਹਦੇ ਕਰਕੇ ਫੈਮਿਲੀ ਡਿਸਟਰਬੈਂਸਿਸ ਅਕਸਰ ਹੀ ਦੇਖਣ ਨੂੰ ਮਿਲਦੀਆਂ ਔਰ ਬਹੁਤ ਸਾਰੇ ਲੋਕ ਮਾਨਸਿਕ ਰੋਗ ਜਿਵੇਂ ਕਿ ਐਂਜ਼ਾਈਟੀ ਜਾਂ ਹੋਰ ਡਿਪਰੈਸ਼ਨ ਵਰਗੇ ਰੋਗਾਂ ਦਾ ਸ਼ਿਕਾਰ ਹੁੰਦੇ ਆ ਸੁਸਾਇਟੀ ਦੇ ਵਿੱਚ, ਜਿਹਦੇ ਪਿੱਛੇ ਦਾ ਕਾਰਨ ਫੈਮਿਲੀ ਦੇ ਵਿੱਚ ਕਿਸੇ ਨਾ ਕਿਸੇ ਮੈਂਬਰ ਦੇ ਦੁਆਰਾ ਨਸ਼ੇ ਦਾ ਆਦੀ ਹੋਣਾ ਹੁੰਦਾ ਹੈ। ਸੋ ਇਹਦੇ ਤੋਂ ਇਲਾਵਾ ਸਮਾਜ ਦੇ ਵਿੱਚ ਜਾਂ ਪਰਿਵਾਰਾਂ ਦੇ ਦੁਆਰਾ ਜੋ ਵੀ ਕੋਈ ਐਫਰਟਸ ਆਪਣੀ ਪਰਸਨਲ ਡਿਵੈਲਪਮੈਂਟ ਦੇ ਲਈ ਕੀਤੇ ਜਾਂਦੇ ਹਨ,
ਅਗਰ ਕੋਈ ਵਿਅਕਤੀ ਫੈਮਿਲੀ ਦੇ ਵਿੱਚ ਇਸ ਤਰ੍ਹਾਂ ਨਸ਼ੇ ਦਾ ਆਦੀ ਹੈ, ਉਹ ਦੂਸਰਿਆਂ ਦੇ ਕੀਤੇ ਗਏ ਪੋਜ਼ਿਟਿਵ ਐਫਰਟਸ 'ਤੇ ਵੀ ਇੱਕ ਇਰੇਜ਼ਰ ਦਾ ਕੰਮ ਕਰਦਾ ਹੈ, ਉਹਨਾਂ ਨੂੰ ਖ਼ਤਮ ਕਰਨ ਦਾ ਕੰਮ ਕਰਦਾ ਹੈ। ਹੁਣ अगर सपोज कोई फैमिली अपने कोई प्रॉपर्टी बना रही है या आस पास जो नेबरहुड ਦੇ ਵਿੱਚ ਕੋਈ ਇੱਦਾਂ ਦੀ ਪ੍ਰਾਈਵੇਟ ਪ੍ਰੋਪਰਟੀ ਜਾਂ ਪਬਲਿਕ ਪ੍ਰੋਪਰਟੀ ਹੋ ਸਕਦੀ ਹੈ, ਤਾਂ ਇਹ ਜੋ ਡਰੱਗ ਐਡਿਕਟਡ ਲੋਕ ਹੈਗੇ ਆ, ਇਹ ਉਹਨੂੰ ਵੀ ਨੁਕਸਾਨ ਪਹੁੰਚਾ ਸਕਦੇ ਆ, ਜਿਹਦੇ ਨਾਲ ਕਿ ਓਵਰਆਲ ਜੋ ਪੋਜ਼ਿਟਿਵ ਐਫਰਟਸ ਡਿਵੈਲਪਮੈਂਟ ਦੀ ਤਰਫ ਹੈਗੇ ਆ, ਉਹਨਾਂ ਦਾ ਸਮਾਜ ਦੇ ਵਿੱਚ ਨੁਕਸਾਨ ਹੁੰਦਾ ਆ। ਸੋ ਨੈਕਸਟ अगर असी देखिए तो डेवलपमेंट प्लान्स गवर्नमेंट जो पैसा खर्च करती है थ्रू डिफरेंट डेवलपमेंट प्रोग्राम सोसाइटी के लिए। हुण जदों किसी समाज के विच ड्रग एडिक्टेड लोगों का नंबर वधेगा तो एक हैल्दी समाज की सिरजना के लिए सरकार नूं इन्हां ड्रग एडिक्टड्स नूं ड्रग्स तो बचाउण दे लई उन्हां नूं दोबारा उन्हां दी रीहैबिलिटेशन ते खर्चा करना पेगा, हैल्थ केयर सिस्टम नूं होर मजबूत करना पेगा, जिहदे चलदियां कि ये पैसा जो पब्लिक दे फंड्स दा जो सोसाइटी मिल के एज अ होल कॉन्ट्रीब्यूट करदी है देश की विकास के लिए, तरक्की के लिए, उस पैसे नूं सानूं डेवलपमेंट दे वल्लों फिर दूसरी तरफ चैनलाइज करना पैंदा इन्हां ड्रग एडिक्टेड लोकां दी ਜਿਹੜੀ ਰੀਹੈਬਿਲਿਟੇਸ਼ਨ ਜਾਂ ਐਜੂਕੇਸ਼ਨ ਦੀ ਤਰਫ। ਸੋ ਇਸ ਤਰ੍ਹਾਂ ਸਾਡੇ ਹੈਲਥ ਕੇਅਰ ਸਿਸਟਮ ਦੇ ਉੱਪਰ ਵੀ ਇੱਕ ਐਕਸਟਰਾ ਬਰਡਨ ਜਿਹੜਾ ਹੈ ਉਹ ਕ੍ਰੀਏਟ ਹੁੰਦਾ ਹੈ। ਹੁਣ ਕਈ ਵਾਰੀ ਅਸੀਂ ਅਕਸਰ ਹੀ ਐਸੇ ਕੇਸ ਦੇਖਦੇ ਹਾਂ ਕਿ ਜਦੋਂ ਕਿਸੇ ਏਰੀਆ ਦੇ ਵਿੱਚ ਡਰੱਗ ਐਬਿਊਜ਼ਰਸ ਨੂੰ ਜੋ ਫੈਮਿਲੀ ਮੈਂਬਰਸ ਜਾਂ ਹੋਰ ਸੁਸਾਇਟੀ ਦੇ ਵਿੱਚ ਕੁਝ ਲੋਕ ਅਗਰ ਉਹਨਾਂ ਨੂੰ ਸਮਝਾ ਕੇ ਜਾਂ ਗਾਈਡ ਕਰਕੇ ਇਹਨਾਂ ਨਸ਼ਿਆਂ ਦੀ ਵਰਤੋਂ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਆ, ਤਾਂ ਉਸ ਏਰੀਆ ਦੇ ਵਿੱਚ ਜੋ ਲੋਕਲ ਡਰੱਗ ਪੈਡਲਰਸ ਹੁੰਦੇ ਆ, ਕਈ ਵਾਰ ਉਹ ਇਹਨਾਂ ਲੋਕਾਂ ਨੂੰ ਥ੍ਰੈਟ ਵੀ ਕਰਦੇ ਆ, ਜਿਹਦੇ ਕਰਕੇ ਕਿ ਸੁਸਾਇਟੀ ਦੇ ਲਈ ਵੀ ਜੋ ਇਹ ਡਰੱਗ ਐਬਿਊਜ਼ਰਸ ਦੇ ਥਰੂ ਉਹ ਡਰੱਗ ਪੈਡਲਰਸ ਦੇ ਦੁਆਰਾ ਜੋ ਇੱਕ ਸਿਕਿਉਰਿਟੀ ਇਸ਼ੂ ਹੈਗਾ, ਉਹਨਾਂ ਦੀ ਪਰਸਨਲ ਲਾਈਫ ਦੀ ਸੇਫਟੀ ਜਿਹੜੀ ਹੈਗੀ ਆ ਉਹ ਵੀ ਰਿਸਕ ਦੇ ਵਿੱਚ ਆ ਜਾਂਦੀ ਆ। ਸੋ ਕ੍ਰਾਈਮ ਰੇਟ ਦੀ ਅਗਰ ਗੱਲ ਕਰੀਏ ਤਾਂ ਅੱਜ ਇਹ ਜੋ ਅਲੱਗ-ਅਲੱਗ ਸਰਵੇ ਸ਼ੋ ਕਰਦੇ ਆ ਕਿ ਲਗਭਗ 3/4 ਜਿਹੜੇ ਕ੍ਰਾਈਮ ਹੈਗੇ ਆ ਉਹ ਆਮ ਤੌਰ ਤੇ ਡਰੱਗ ਐਬਿਊਜ਼ਰਸ ਦੇ ਦੁਆਰਾ ਹੀ ਕਮਿਟ ਕੀਤੇ ਜਾਂਦੇ ਆ, ਜਿਨ੍ਹਾਂ ਦੇ ਵਿੱਚ ਕਿ ਜ਼ਿਆਦਾਤਰ ਇਹਨਾਂ ਦਾ ਸ਼ਿਕਾਰ ਬੱਚੇ, ਔਰਤਾਂ ਤੇ ਬਜ਼ੁਰਗ ਲੋਕ ਹੁੰਦੇ ਆ। ਔਰ ਇਹ ਕਿਉਂਕਿ ਨਸ਼ਿਆਂ ਦੇ ਲਈ ਬਹੁਤ ਜ਼ਿਆਦਾ ਇਹ ਡਰੱਗ ਐਬਿਊਜ਼ਰਸ ਨੂੰ ਪੈਸਾ ਖਰਚਣਾ ਪੈਂਦਾ ਹੈ ਅਤੇ ਆਮ ਤੌਰ 'ਤੇ ਇਹ ਗਰੀਬ ਜਾਂ ਮੱਧ ਵਰਗੀ ਪਰਿਵਾਰਾਂ ਨਾਲ ਸੰਬੰਧ ਰੱਖਦੇ ਹੁੰਦੇ ਆ, ਪਰ ਇੱਕ ਸਰਵੇ ਦੇ ਅਨੁਸਾਰ ਲਗਭਗ 1400 ਰੁਪਇਆ ਇਹਨਾਂ ਨੂੰ ਹਰ ਰੋਜ਼ ਖਰਚ ਕਰਨਾ ਪੈਂਦਾ ਹੈ ਆਪਣੇ ਨਸ਼ੇ ਦੀ ਜੋ ਰਿਕੁਆਇਰਮੈਂਟ ਨੂੰ ਪੂਰਾ ਕਰਨ ਦੇ ਲਈ, ਜਿਹਦੇ ਕਰਕੇ ਕਈ ਵਾਰ ਬਹੁਤ ਹੀ ਜਿਹੜੇ ਸੀਵੀਅਰ ਕ੍ਰਾਈਮਸ ਹੈਗੇ ਆ, ਹੀਨਸ ਕ੍ਰਾਈਮਸ ਹੈਗੇ, ਉਹ ਵੀ ਕਰਨ ਤੋਂ ਜਿਹੜਾ ਪਿੱਛੇ ਨਹੀਂ ਹਟਦੇ ਤਾਂ ਕਿ ਇਹ ਆਪਣੀ ਨਸ਼ੇ ਦੀ ਆਦਤ ਨੂੰ ਪੂਰਾ ਕਰ ਸਕਣ। ਸੋ ਜਿਹਦੇ ਕਰਕੇ ਸਮਾਜ ਨੂੰ ਇੱਕ ਜਿਹੜਾ ਬਹੁਤ ਹੀ ਇੱਕ ਜੋ ਇਹਦੀ ਕੀਮਤ ਹੈ ਉਹ ਚੁਕਾਉਣੀ ਪੈਂਦੀ ਹੈ। ਸੋ ਪਰਸਨਲ ਐਂਡ ਪ੍ਰਾਈਵੇਟ ਪ੍ਰੋਪਰਟੀ ਦਾ ਨੁਕਸਾਨ ਅਕਸਰ ਹੀ ਦੇਖਣ ਦੇ ਵਿੱਚ ਆਉਂਦਾ ਹੈ ਕਿ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਦੇ ਲਈ ਕਈ ਵਾਰ ਇਹ ਲੋਕ ਜੋ ਪਬਲਿਕ ਪ੍ਰੋਪਰਟੀ ਹੈ ਜਾਂ ਆਪਣੀ ਪ੍ਰਾਈਵੇਟ ਪ੍ਰੋਪਰਟੀ ਵੀ ਹੈ ਉਸ ਦਾ ਵੀ ਯੂਜ਼ ਕਰਦੇ ਆ ਕਿ ਉਹਨੂੰ ਵੇਚ ਕੇ ਜਾਂ ਚੋਰੀ ਕਰਕੇ ਇਸ ਤਰ੍ਹਾਂ ਆਪਣੇ ਨਸ਼ੇ ਦੀ ਲੱਤ ਨੂੰ ਜਿਹੜਾ ਉਹ ਪੂਰਾ ਕਰਦੇ ਆ। ਸੋ ਇਨਵਾਇਰਮੈਂਟ ਦੇ ਲਈ ਵੀ ਇਹ ਜੋ ਨਸ਼ਿਆਂ ਦੀ ਵਰਤੋਂ ਆ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਹੁਣ ਜਿਸ ਤਰ੍ਹਾਂ ਅਸੀਂ ਅਕਸਰ ਹੀ ਸੁਣਦੇ ਹਾਂ ਕਿ ਜੋ ਇੱਕ ਐਕਟਿਵ ਸਮੋਕਰ ਹੈਗਾ ਆ ਉਹਦੀ ਸਿਹਤ ਨੂੰ ਤਾਂ ਨੁਕਸਾਨ ਹੈ ਹੀ ਹੈ, ਲੇਕਿਨ ਜੋ ਉਹਦੇ ਨੇੜੇ ਏਰੀਆ ਦੇ ਵਿੱਚ ਵੀ ਕੋਈ ਪਰਸਨ ਹੈ, ਜਦੋਂ ਕੋਈ ਪਰਸਨ ਸਮੋਕਿੰਗ ਕਰ ਰਿਹਾ ਤਾਂ ਉਹ ਪੈਸਿਵ ਸਮੋਕਿੰਗ ਦੇ ਥਰੂ ਦੂਸਰੇ ਪਰਸਨ ਦੀ ਹੈਲਥ 'ਤੇ ਵੀ ਮਾੜਾ ਪ੍ਰਭਾਵ ਪੈ ਰਿਹਾ, ਐਨਵਾਇਰਮੈਂਟ ਦੇ ਵਿੱਚ ਵੀ ਜੋ ਇਹ ਜ਼ਹਿਰੀਲੀਆਂ ਗੈਸਿਸ ਐਮਿਟ ਹੋ ਰਹੀਆਂ ਆ। ਔਰ ਜਿਨ੍ਹਾਂ ਜਗ੍ਹਾਵਾਂ ਦੇ ਉੱਪਰ ਇਹ ਡਰੱਗਸ ਨੂੰ ਉਗਾਇਆ ਜਾਂਦਾ ਆ, ਚਾਹੇ ਉਹ ਨੈਚੁਰਲ ਡਰੱਗਸ ਹੈ ਜਾਂ ਕੋਈ ਕੈਮੀਕਲੀ ਪ੍ਰੋਸੈਸ ਕਰਕੇ ਬਣਾਇਆ ਜਾਂਦਾ ਇਹਨਾਂ ਨੂੰ ਫੈਕਟਰੀਜ਼ ਦੇ ਵਿੱਚ, ਤਾਂ ਉੱਥੇ ਵੀ ਐਨਵਾਇਰਮੈਂਟ ਜਿਹੜਾ ਹੈ ਪੋਲਿਊਸ਼ਨ ਹੁੰਦਾ ਆ। ਸੋ ਇੰਡੀਆ ਦੀ ਅਗਰ ਅਸੀਂ ਪਰਟੀਕੂਲਰ ਗੱਲ ਕਰੀਏ ਤਾਂ ਰੋਡ ਐਕਸੀਡੈਂਟਸ ਦੇ ਵਿੱਚ ਹਜ਼ਾਰਾਂ ਲੋਕ ਜੋ ਹਰ ਸਾਲ ਹੈ ਆਪਣੀ ਜਾਨ ਗਵਾਉਂਦੇ ਆ। ਹੁਣ ਇਹਨਾਂ ਰੋਡ ਐਕਸੀਡੈਂਟਸ ਦੇ ਪਿੱਛੇ ਅਗਰ ਅਸੀਂ ਇੱਕ ਰੀਜ਼ਨ ਦੇਖੀਏ ਤਾਂ ਬਹੁਤ ਵਾਰ ਇਹ ਹੁੰਦਾ ਹੈ ਕਿ ਜੋ ਰੋਡ ਐਕਸੀਡੈਂਟ ਦੇ ਵਿਕਟਮ ਹੁੰਦਾ ਹੈ ਜਾਂ ਜਿਹਦੀ ਵਜ੍ਹਾ ਨਾਲ ਰੋਡ ਐਕਸੀਡੈਂਟ ਹੋ ਰਿਹਾ ਉਸ ਪਰਸਨ ਨੇ ਜੋ ਕੀ ਹੈ ਨਸ਼ੇ ਦਾ ਸੇਵਨ ਕੀਤਾ ਹੁੰਦਾ ਹੈ, ਜਿਹਦੇ ਕਰਕੇ ਰੋਡਸ ਦੇ ਉੱਪਰ ਬਹੁਤ ਸਾਰੇ ਲੋਕ ਆਪਣੀਆਂ ਜਾਨਾਂ ਗਵਾ ਲੈਂਦੇ ਆ। ਸੋ ਹਾਇਰ ਰੇਟ ਆਫ ਰੋਡ ਐਕਸੀਡੈਂਟਸ ਵੀ ਇੱਕ ਜਿਹੜਾ ਇੱਕ ਵੱਡਾ ਇਹਦਾ ਇੱਕ ਇਫੈਕਟ ਸਾਨੂੰ ਸਮਾਜ ਦੇ ਉੱਪਰ ਦੇਖਣ ਨੂੰ ਪੈਂਦਾ ਹੈ, ਜਿਹਦੇ ਵਿੱਚ ਕਈ ਵਾਰ ਉਹ ਲੋਕ ਆਪਣੀ ਜਾਨ ਤੋਂ ਹੱਥ ਧੋ ਬੈਠਦੇ ਆ ਜਿਨ੍ਹਾਂ ਨੇ ਕਿ ਨਸ਼ਾ ਕੀਤਾ ਵੀ ਨਹੀਂ ਹੁੰਦਾ, ਬਟ ਕਿਸੇ ਹੋਰ ਪਰਸਨ, ਕਿਸੇ ਹੋਰ ਡਰੱਗ ਐਬਿਊਜ਼ਰ ਦੀ ਵਜ੍ਹਾ ਦੇ ਨਾਲ ਉਹ ਆਪਣੀ ਜਾਨ ਦੇ ਦਿੰਦੇ ਆ। ਸੋ ਇਸ ਤੋਂ ਇਲਾਵਾ ਹੁਣ ਇੱਕ ਨਸ਼ੇ ਦਾ ਆਦੀ ਵਿਅਕਤੀ ਜੋ ਹੈ
ਉਹਦੇ ਵਿੱਚ ਅਸੀਂ ਇੱਕ ਰੁਝਾਨ ਦੇਖ ਸਕਦੇ ਹਾਂ ਕਿ ਉਹ ਆਮ ਤੌਰ 'ਤੇ ਕੰਮ ਤੋਂ ਜੀ ਚਰਾਉਣ ਲੱਗ ਜਾਂਦਾ ਹੈ, ਜਾਂ ਤਾਂ ਉਹ ਕੰਮ ਕਰੇਗਾ ਹੀ ਨਹੀਂ ਜਾਂ ਫਿਰ ਉਹ ਕੰਮ ਜਿਹੜਾ ਬਹੁਤ ਘੱਟ ਕਰੇਗਾ। ਸਟਿਪੂਲੇਟਿਡ ਟਾਈਮ ਦੇ ਵਿੱਚ ਉਹ ਆਪਣਾ ਕੋਈ ਵੀ ਕੰਮ ਜਿਹੜਾ ਖਤਮ ਕਰਨ ਦੇ ਵਿੱਚ ਅਸਮਰੱਥ ਹੋ ਜਾਂਦਾ ਹੈ, ਜਿਹਦੇ ਕਰਕੇ ਜਿਸ ਵੀ ਸੰਸਥਾ ਦੇ ਵਿੱਚ ਜਿਸ ਵੀ ਜਗ੍ਹਾ 'ਤੇ ਉਹ ਪਰਸਨ ਕੰਮ ਕਰ ਰਿਹਾ ਹੈ ਉਹਦੀ ਪ੍ਰੋਡਕਟਿਵਿਟੀ ਬਹੁਤ ਘੱਟ ਜਾਂਦੀ ਹੈ, ਜਿਹਦੇ ਕਰਕੇ ਉਸ ਸੰਸਥਾ ਨੂੰ ਵੀ ਫਾਈਨੈਂਸ਼ੀਅਲ ਐਂਡ ਪ੍ਰੋਡਕਟਿਵਿਟੀ ਦੇ ਪੁਆਇੰਟ ਆਫ ਵਿਊ ਤੋਂ ਲਾਸਿਸ ਸਫਰ ਕਰਨੇ ਪੈਂਦੇ ਆ। ਸੋ ਜਿਸ ਤਰ੍ਹਾਂ ਗੱਲ ਕੀਤੀ ਕਿ ਇਹ ਲੋਕ ਜਿਹੜੇ ਆਮ ਤੌਰ 'ਤੇ ਗਰੀਬ ਜਾਂ ਮੱਧਵਰਗੀ ਪਰਿਵਾਰਾਂ ਦੇ ਨਾਲ ਸੰਬੰਧ ਰੱਖਦੇ ਹੁੰਦੇ ਆ, ਜੋ ਡਰੱਗ ਐਬਿਊਜ਼ਰਸ ਹੁੰਦੇ ਆ, ਇਹਦੇ ਵੀ ਬਹੁਤ ਸਾਰੇ ਕਾਰਨ ਹੈ। ਕਈ ਵਾਰ ਫਰਸਟ੍ਰੇਸ਼ਨ ਦੇ ਚੱਲਦਿਆਂ ਕਿ ਗਰੀਬੀ ਵਾਲਾ ਜੀਵਨ ਬਤੀਤ ਕਰ ਰਹੇ ਆ, ਜਾਂ ਹੋਰ ਜਾਂ ਅਨਇੰਪਲੋਇਮੈਂਟ ਹੈਗੀ, ਇਹਨਾਂ ਚੀਜ਼ਾਂ ਦੇ ਕਰਕੇ ਉਹ ਜਿਹੜਾ ਆ ਡਰੱਗਸ ਦੇ ਵਿੱਚ ਜ਼ਿਆਦਾ ਉਸ ਤਰਫ ਖਿੱਚੇ ਜਾਂਦੇ ਆ। ਉਹਨਾਂ ਨੂੰ ਜੋ ਡਰੱਗ ਪੈਡਲਰਸ ਹੈਗੇ ਆ ਉਹਨਾਂ ਦੇ ਲਈ ਈਜ਼ੀ ਰਹਿੰਦਾ ਆ ਇਹਨਾਂ ਬੱਚਿਆਂ ਨੂੰ ਡਰੱਗਸ ਦੇ ਵੱਲ ਲੈ ਕੇ ਜਾਣਾ। ਤਾਂ ਫਿਰ ਜਦੋਂ ਇੱਕ ਵਾਰੀ ਹੌਲੀ ਹੌਲੀ ਇਹ ਲੱਤ ਲੱਗ ਜਾਂਦੀ ਹੈ ਤਾਂ ਫਿਰ ਉਹ ਇੱਥੋਂ ਤੱਕ ਵੀ ਜਾਂਦੇ ਹਨ ਕਿ ਆਪਣੇ ਨਸ਼ੇ ਦੀ ਲੱਤ ਨੂੰ ਪੂਰਾ ਕਰਨ ਦੇ ਲਈ ਆਪਣਾ ਘਰ-ਬਾਰ ਤੱਕ ਵੀ ਵੇਚ ਦਿੰਦੇ ਹਨ, ਜਿਹਦੇ ਕਰਕੇ ਆਮ ਤੌਰ 'ਤੇ ਇਹ ਜੋ ਡਰੱਗ ਐਬਿਊਜ਼ਰਸ ਆ ਉਹ ਗਰੀਬੀ ਵਾਲਾ ਜੀਵਨ ਤੇ ਬੇਘਰੇ ਹੋ ਕੇ ਵੀ ਕਈ ਵਾਰ ਆਪਣਾ ਜਿਹੜਾ ਜੀਵਨ ਆ ਉਹ ਬਤੀਤ ਕਰਦੇ ਆ। ਹੁਣ ਜਦੋਂ ਵੀ ਕਿਸੇ ਸਮਾਜ ਦੇ ਵਿੱਚ ਡਰੱਗ ਐਬਿਊਜ਼ਰਸ ਦਾ ਨੰਬਰ ਵਧੇਗਾ, ਉਹਦੀ ਵਜ੍ਹਾ ਦੇ ਨਾਲ ਕ੍ਰਾਈਮ ਰੇਟ ਇਨਕਰੀਜ਼ ਹੋ ਰਿਹਾ ਆ, ਤਾਂ ਇਹਨਾਂ ਸਾਰੀਆਂ ਚੀਜ਼ਾਂ ਦੇ ਚੱਲਦਿਆਂ ਸਾਡੇ ਦੇਸ਼ ਦੇ ਜੋ ਜੁਡੀਸ਼ੀਅਲ ਸਿਸਟਮ ਹੈ ਉਹਦੇ ਉੱਪਰ ਵੀ ਇੱਕ ਬਹੁਤ ਵੱਡਾ ਬਰਡਨ ਆ ਜਾਂਦਾ ਹੈ, ਕਿਉਂਕਿ ਹਰ ਸਾਲ ਲੱਖਾਂ ਹੀ ਕੇਸ ਜਿਹੜੇ ਹੈ ਉਹ NDPS ਐਕਟ ਦੇ ਅੰਡਰ ਜਿਹੜੇ ਆ ਉਹ ਦਰਜ ਕੀਤੇ ਜਾਂਦੇ ਆ ਇਹਨਾਂ ਨਸ਼ਾ ਜੋ ਸਮਗਲਰਸ ਹੈਗੇ ਆ ਉਹਨਾਂ ਦੇ ਖਿਲਾਫ, ਤੇ ਜਾਂ ਹੋਰ ਇਸ ਤਰ੍ਹਾਂ ਜੋ ਵੀ ਇਹ ਡਰੱਗਸ ਚੇਨ ਦੇ ਨਾਲ ਜੁੜੇ ਹੋਏ ਲੋਕ ਹੈਗੇ ਆ ਉਹਨਾਂ ਦੇ ਖਿਲਾਫ ਇਹ ਜੋ ਵੀ ਹੈਗਾ ਆ ਉਹ ਇਸ ਤਰ੍ਹਾਂ ਦੇ ਕੇਸਿਸ ਦਰਜ ਕੀਤੇ ਜਾਂਦੇ ਆ, ਜਿਹਦੇ ਨਾਲ ਕਿ ਸਾਡੀ ਜੁਡੀਸ਼ਰੀ ਦੇ ਉੱਪਰ ਇੱਕ ਬਹੁਤ ਜ਼ਿਆਦਾ ਜਿਹੜਾ ਪ੍ਰਭਾਵ ਹੈਗਾ ਆ ਉਹ ਸਾਨੂੰ ਦੇਖਣ ਨੂੰ ਮਿਲਦਾ ਕਿ ਨੰਬਰ ਆਫ ਜੱਜਿਸ ਸਾਨੂੰ ਜ਼ਿਆਦਾ ਚਾਹੀਦੇ ਆ, ਕੇਸਿਸ ਲੰਬਾ ਟਾਈਮ ਪੈਂਡਿੰਗ ਪਏ ਰਹਿੰਦੇ ਆ, ਜਿਹਦੇ ਨਾਲ ਕਿ ਬਹੁਤ ਜ਼ਿਆਦਾ ਇੱਕ ਜਿਹੜਾ ਉਹ ਬਰਡਨ ਹੈਗਾ ਆ ਸਾਡੇ ਸਮਾਜ ਦੇ ਉੱਪਰ ਪੈਂਦਾ ਹੈ। ਦੇਖੋ ਜਦੋਂ ਕਦੇ ਵੀ ਇਹ ਸਮਾਜ ਜਿਹੜਾ ਹੈਗਾ ਸਾਡੇ ਦੇ ਉੱਪਰ ਇਸ ਤਰ੍ਹਾਂ ਦੇ ਪ੍ਰਭਾਵ ਦੇਖਣ ਨੂੰ ਮਿਲਣਗੇ ਤਾਂ ਉਹਦਾ ਮੁੱਲ ਵੀ ਸਾਨੂੰ ਹੀ ਚੁਕਾਉਣਾ ਪੈਂਦਾ ਹੈ। ਆਮ ਤੌਰ 'ਤੇ ਅਸੀਂ ਸੁਸਾਇਟੀ ਦੇ ਵਿੱਚ ਇਹ ਦੇਖਦੇ ਹਾਂ ਕਿ ਸੁਸਾਇਟੀ ਦਾ ਜੋ ਰਵੱਈਆ ਹੈ ਇਹਨਾਂ ਲੋਕਾਂ ਦੇ ਪ੍ਰਤੀ ਉਹ ਕੀ ਰਹਿੰਦਾ ਹੈ ਕਿ ਅਗਰ ਕੋਈ ਡਰੱਗ ਐਬਿਊਜ਼ਰ ਹੈ ਤਾਂ ਇਹ ਉਹਦੀ ਆਪਣੀ ਪਰਸਨਲ ਪ੍ਰੋਬਲਮ ਆ, ਨਾ ਕਿ ਕਿਸੇ ਸਮਾਜ ਦੀ ਪ੍ਰੋਬਲਮ ਆ ਜਾਂ ਕਿਸੇ ਹੋਰ ਦੀ। ਪਰ ਜਦ ਕਿ ਅਸੀਂ ਅਗਰ ਡਿਟੇਲ ਦੇ ਵਿੱਚ ਜਾ ਕੇ ਦੇਖੀਏ ਤਾਂ ਐਸਾ ਨਹੀਂ ਹੈ। ਜੋ ਇਹ ਡਰੱਗ ਐਬਿਊਜ਼ਰਸ ਹੈਗੇ ਆ ਇਹਨਾਂ ਦਾ ਪ੍ਰਭਾਵ ਸਿਰਫ ਇਹਨਾਂ ਦੀ ਫੈਮਿਲੀ ਜਾਂ ਉਹਨਾਂ 'ਤੇ ਇੰਡੀਵਿਜੂਅਲੀ ਨਹੀਂ ਪੈਂਦਾ, ਬਲਕਿ ਸਾਡੇ ਸਾਰੇ ਸਮਾਜ ਨੂੰ ਇਹਦੀ ਕੀਮਤ ਚੁਕਾਉਣੀ ਪੈਂਦੀ ਹੈ। ਹੁਣ ਹੈਲਥ ਕੇਅਰ ਸਿਸਟਮ ਦੇ ਵਿੱਚ ਜੋ ਸਰਕਾਰ ਨੇ ਪੈਸਾ ਲਗਾਉਣਾ ਇਹਨਾਂ ਦੀ ਰੀਹੈਬਲੀਟੇਸ਼ਨ ਲਈ, ਐਜੂਕੇਸ਼ਨ ਲਈ, ਉਹਦੇ ਲਈ ਫੰਡਸ ਕਿੱਥੋਂ ਆਉਣਗੇ? ਟੈਕਸਿਸ ਤੋਂ ਕਲੈਕਟ ਕੀਤਾ ਜਾਏਗਾ। ਤੋ ਜੋ ਟੈਕਸਿਸ ਹੈਗੇ ਆ ਉਹ ਟੈਕਸਿਸ ਵਗੈਰਾ ਸਾਰੇ ਕਿਹਨੇ ਪੇ ਕਰਨੇ? ਉਹ ਸਾਡੇ ਤੇ ਬਰਡਨ ਆਏਗਾ। ਇੰਸ਼ੋਰੈਂਸ ਪ੍ਰੀਮੀਅਮ ਜਿਹੜੇ ਆ ਹੁਣ ਰੋਡ ਐਕਸੀਡੈਂਟਸ ਵੱਧ ਜਾਣਗੇ ਤਾਂ ਉਹ ਇੰਸ਼ੋਰੈਂਸ ਕੰਪਨੀਜ਼ ਨੂੰ ਜ਼ਿਆਦਾ ਪੈਸਾ ਪੇ ਕਰਨਾ ਪੈ ਰਿਹਾ, ਤਾਂ ਉਹਦੇ ਨਾਲ ਕੀ ਹੋਏਗਾ? ਨਤੀਜੇ ਵਜੋਂ ਸਾਰੇ ਦੇ ਸਾਰੇ ਜਿਹੜੇ ਇੰਸ਼ੋਰੈਂਸ ਪ੍ਰੀਮੀਅਮਸ ਹੈਗੇ ਆ ਉਹ ਸਾਨੂੰ ਜ਼ਿਆਦਾ ਭਰਨੇ ਪੈਣਗੇ, ਉਹਨਾਂ ਦਾ ਜੋ ਰੇਟ ਹੈਗਾ ਉਹ ਜ਼ਿਆਦਾ ਹੋਏਗਾ। ਤਾਂ ਇਸ ਤਰ੍ਹਾਂ ਇਹ ਜਿਹੜੇ ਡਾਇਰੈਕਟਲੀ ਔਰ ਇਨਡਾਇਰੈਕਟਲੀ ਸਾਰੇ ਸਮਾਜ ਨੂੰ ਇਹਦੀ ਕੀਮਤ ਜਿਹੜੀ ਆ ਉਹ ਚੁਕਾਉਣੀ ਪੈਂਦੀ ਆ। ਸੋ ਇਸ ਤਰ੍ਹਾਂ ਅਗਰ ਅਸੀਂ ਦੇਖੀਏ ਕਿ ਪੰਜਾਬ ਦੇ ਵਿੱਚ ਅੱਜ ਇਹ ਸਥਿਤੀ ਜਿਹੜੀ ਆ ਉਹ ਕਾਫੀ ਭਿਆਨਕ ਬਣ ਚੁੱਕੀ ਆ, ਜਿੱਥੇ ਕਿ ਨੌਜਵਾਨਾਂ ਦੇ ਵਿੱਚ ਲੜਕੀਆਂ ਦਾ ਨੰਬਰ ਇੱਕ ਬਹੁਤ ਵੱਡਾ ਨੰਬਰ ਹੈ ਜੋ ਕਿ ਨਸ਼ਿਆਂ ਦਾ ਸ਼ਿਕਾਰ ਹੋ ਚੁੱਕਾ ਹੈ। ਹੁਣ ਅਸੀਂ ਰੂਰਲ ਪੰਜਾਬ ਦੀ ਹੀ ਗੱਲ ਕਰੀਏ ਤਾਂ ਜੋ ਇੱਕ ਔਨ ਐਨ ਐਵਰੇਜ ਰੂਰਲ ਪੰਜਾਬ ਦੇ ਵਿੱਚ ਹਰੇਕ ਫੈਮਿਲੀ ਦਾ ਇੱਕ ਮੈਂਬਰ ਜੋ ਹੈ ਉਹ ਲਗਭਗ ਨਸ਼ੇ ਦਾ ਸ਼ਿਕਾਰ ਆ। ਸੋ ਇੱਥੇ ਹੀ ਜੋ ਗਰਲਸ ਦਾ ਜੋ ਵੂਮੈਨ ਦਾ ਨੰਬਰ ਹੈਗਾ ਆ ਉਹ ਡਰੱਗ ਐਡਿਕਸ਼ਨ ਦਾ ਜੋ ਸ਼ਿਕਾਰ ਕੁੜੀਆਂ ਹੈਗੀਆਂ ਉਹ ਵੀ ਲਗਾਤਾਰ ਵੱਧਦਾ ਜਾ ਰਿਹਾ, ਜਿਹਦੇ ਕਰਕੇ ਕਿ ਸਮਾਜ ਦੇ ਵਿੱਚ ਪ੍ਰੋਸਟੀਟਿਊਸ਼ਨ ਵਰਗੀਆਂ ਜੋ ਇਸ ਦੇ ਨਤੀਜੇ ਵਜੋਂ ਐਸੀਆਂ ਪ੍ਰੈਕਟਿਸਿਸ ਵੀ ਪ੍ਰਮੋਟ ਹੋ ਰਹੀਆਂ ਆ, ਕਿਉਂਕਿ ਉਹ ਨਸ਼ੇ ਦੀ ਆਪਣੀ ਲੱਤ ਨੂੰ ਪੂਰਾ ਕਰਨ ਦੇ ਲਈ, ਉਸ ਰਿਕੁਆਇਰਮੈਂਟ ਨੂੰ ਪੂਰਾ ਕਰਨ ਦੇ ਲਈ ਜਦੋਂ ਪੈਸਾ ਲੜਕੀਆਂ ਨਹੀਂ ਜੁਟਾ ਪਾਉਂਦੀਆਂ ਤਾਂ ਫਿਰ ਜ਼ਬਰਨ ਉਹਨਾਂ ਨੂੰ ਇਹ ਜਿਹੜਾ ਇਸ ਤਰ੍ਹਾਂ ਦੇ ਜੋ ਪ੍ਰੋਸਟੀਟਿਊਸ਼ਨ ਵਰਗੇ ਇੱਕ ਮਾੜੇ ਜੋ ਅਸੀਂ ਕਹਿ ਸਕਦੇ ਹਾਂ ਇਸ ਤਰ੍ਹਾਂ ਦੇ ਕੰਮਾਂ ਦੇ ਵਿੱਚ ਜਾਣਾ ਪੈਂਦਾ ਹੈ। ਸੋ ਹੁਣ ਅਗਰ ਅਸੀਂ ਗੱਲ ਕਰੀਏ ਕਿ ਇਮੀਡੀਏਟ ਐਨਵਾਇਰਨਮੈਂਟ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ, ਤਾਂ
ਇਨਵਾਇਰਮੈਂਟ ਜਿਹੜਾ ਸਾਡਾ ਨੇਬਰਹੁੱਡ ਹੈ ਉਹ ਵੀ ਪ੍ਰਭਾਵਿਤ ਰਹਿੰਦਾ ਹੈ। ਜਿਸ ਪਰਿਵਾਰ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਨਸ਼ਾ ਕਰਦਾ ਵਿਅਕਤੀ ਹੈ, ਉਸ ਦੇ ਆਸ-ਪਾਸ ਵੀ ਜੋ ਲੋਕ ਰਹਿੰਦੇ ਆ ਉਹਨਾਂ ਨੂੰ ਵੀ ਅਕਸਰ ਹੀ ਇਨਵੋਲਵ ਹੋਣਾ ਪੈਂਦਾ ਐਸੀ ਫੈਮਲੀਜ਼ ਦੇ ਵਿੱਚ, ਕਿਉਂਕਿ ਜਦੋਂ ਵੀ ਕੋਈ ਇਹ ਨਸ਼ੇ ਦਾ ਆਦੀ ਵਿਅਕਤੀ ਘਰ ਦੇ ਵਿੱਚ ਹੋਏਗਾ, ਘਰ ਦੇ ਵਿੱਚ ਤਾਂ ਉਹ ਡਿਸਟਰਬੈਂਸ ਕ੍ਰੀਏਟ ਕਰ ਹੀ ਅਕਸਰ ਹੀ ਕਰਦੇ ਆ, ਬਟ ਉਹਦੇ ਨਾਲ ਨਾਲ ਜਦੋਂ ਘਰ ਤੋਂ ਬਾਹਰ ਵੀ ਜਾਂਦੇ ਆ ਤਾਂ ਉਹਨਾਂ ਦੇ ਲਈ, ਉਹ ਫੈਮਲੀ ਦੇ ਲਈ ਜਾਂ ਜੋ ਉਹਨਾਂ ਦੇ ਰਿਲੇਟਿਵਸ ਹੈਗੇ ਉਹਨਾਂ ਦੇ ਵਾਸਤੇ ਇੱਕ ਉਹ ਜੋ ਟੈਨਸ਼ਨ ਦਾ ਇੱਕ ਕਾਰਨ ਬਣੇ ਰਹਿੰਦੇ ਆ। ਸੋ ਇਹ ਜੋ ਡਰੱਗ ਐਬਿਊਜ਼ਰਸ ਹੈਗੇ ਆ, ਉਹ ਜਦੋਂ ਵੀ ਘਰ ਤੋਂ ਬਾਹਰ ਜਾਂਦੇ ਆ ਉਹਨਾਂ ਬਾਕੀਆਂ ਦੇ ਲਈ, ਫੈਮਲੀ ਦੇ ਲਈ ਵੀ ਮੁਸ਼ਕਿਲ ਹੋ ਜਾਂਦਾ ਹੈ। ਸੋ ਜੋ ਡਰੱਗ ਐਬਿਊਜ਼ਰਸ ਹੈਗੇ ਆ, ਕਈ ਵਾਰ ਅਸੀਂ ਦੇਖਦੇ ਹਾਂ ਕਿ ਇਹ ਦੂਸਰੇ ਜੋ ਡਰੱਗ ਐਬਿਊਜ਼ਰਸ ਹੈਗੇ ਆ ਉਹਨਾਂ ਦੇ ਦੁਆਰਾ ਕੀਤੇ ਗਏ ਅਨਐਥੀਕਲ ਕੰਮਾਂ ਦੇ ਸਪੋਰਟਰ ਬਣ ਜਾਂਦੇ ਆ। ਉਹ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਕਿਉਂਕਿ ਉਹ ਖੁਦ ਡਰੱਗ ਐਬਿਊਜ਼ਰ ਹੁੰਦੇ ਆ, ਉਹਨਾਂ ਨੂੰ ਲੱਗਦਾ ਕਿ ਅਗਰ ਕੋਈ ਦੂਸਰਾ ਪਰਸਨ ਵੀ ਕੋਈ ਇੱਦਾਂ ਦਾ ਅਨਐਥੀਕਲ ਜੋ ਕਿ ਸਮਾਜਿਕ ਤੌਰ 'ਤੇ ਠੀਕ ਨਹੀਂ ਹੈ ਜਾਂ ਜੋ ਇੱਕ ਐਥੀਕਲੀ ਉਹ ਚੀਜ਼ ਨੂੰ ਅਸੀਂ ਸਹੀ ਨਹੀਂ ਕਹਿ ਸਕਦੇ, ਉਹਨਾਂ ਕੰਮਾਂ ਨੂੰ ਵੀ ਪ੍ਰਮੋਟ ਕਰਦੇ ਆ। ਹੁਣ ਜਿਸ ਤਰ੍ਹਾਂ ਫੈਮਲੀ ਦੇ ਵਿੱਚ ਹਿੰਸਾ ਆ ਜਾਂ ਬਾਹਰ ਵੀ ਇਹ ਲੋਕ ਅਗਰ ਕੋਈ ਮਾਨਸਿਕ ਸੰਤੁਲਨ ਆਪਣਾ ਖੋ ਕੇ ਮਾੜੀਆਂ ਪ੍ਰੈਕਟਿਸਿਸ ਕਰਦੇ ਆ, ਚੋਰੀਆਂ ਕਰ ਰਹੇ ਜਾਂ ਅਨਦਰ ਟਾਈਪ ਆਫ ਕ੍ਰਾਈਮਸ ਆ, ਤਾਂ ਇਹ ਸਾਰੀਆਂ ਜਾਂ ਝੂਠ ਬੋਲ ਰਹੇ ਆ, ਇੱਦਾਂ ਦੀਆਂ ਸਾਰੀਆਂ ਅਨਐਥੀਕਲ ਵੈਲਿਊਜ਼ ਨੂੰ ਨਾ ਕਿ ਉਹ ਸਿਰਫ ਖੁਦ ਪ੍ਰੈਕਟਿਸ ਕਰਦੇ ਆ, ਬਲਕਿ ਸਮਾਜ ਦੇ ਵਿੱਚ ਇਹਨਾਂ ਨੂੰ ਪ੍ਰਮੋਟ ਕਰਨ ਦਾ ਵੀ ਕੰਮ ਕਰਦੇ ਆ। ਉਹ ਦੂਸਰੇ ਲੋਕਾਂ ਦਾ ਵੀ ਸਹਿਯੋਗ ਕਰਦੇ ਆ ਐਸੇ ਕੰਮ ਕਰਨ ਦੇ ਲਈ। ਤਾਂ ਸੁਸਾਇਟੀ ਨੂੰ ਇਹ ਜਿੱਥੇ ਕਿ ਸਮਾਜਿਕ ਤੌਰ 'ਤੇ ਇਹ ਮਾਨਸਿਕ ਜਾਂ ਸਰੀਰਕ ਰੂਪ ਦੇ ਵਿੱਚ ਇਸ ਤਰ੍ਹਾਂ ਜੋ ਇਹ ਡਰੱਗ ਐਬਿਊਜ਼ਰਸ ਦੇ ਕਰਕੇ ਭੁਗਤਾਨ ਕਰਨਾ ਪੈਂਦਾ, ਉਹਦੇ ਨਾਲ ਦੀ ਨਾਲ ਸਾਡੇ ਦੇਸ਼ ਦੇ ਉੱਪਰ, ਸਮਾਜ ਦੇ ਉੱਪਰ ਇਕਨੋਮਿਕਲੀ ਇੱਕ ਬਹੁਤ ਵੱਡਾ ਬਰਡਨ ਜਿਹੜਾ ਆਉਂਦਾ ਆ ਇਹ ਡਰੱਗ ਐਬਿਊਜ਼ਰਸ ਦੇ ਕਰਕੇ। ਕਿਉਂਕਿ ਅਗਰ ਅਸੀਂ ਦੇਖੀਏ ਕਿਸੇ ਏਰੀਆ ਦੇ ਵਿੱਚ ਜੋ ਕਿ ਕੋਈ ਐਸਾ ਏਰੀਆ ਹੋਏ ਜੋ ਕਿ ਇਸ ਕਰਕੇ ਬਦਨਾਮ ਹੈ ਕਿ ਉੱਥੇ ਜ਼ਿਆਦਾ ਡਰੱਗ ਐਬਿਊਜ਼ਰਸ ਰਹਿੰਦੇ ਆ, ਰੈਜ਼ੀਡੈਂਸ਼ੀਅਲ ਏਰੀਆਜ਼ ਇੱਦਾਂ ਦੇ ਆ, ਜਾਂ ਉੱਥੇ ਡਰੱਗ ਪੈਡਲਰਸ ਜ਼ਿਆਦਾ ਉਹਨਾਂ ਦੀ ਇਨਵੋਲਵਮੈਂਟ ਕਿਸੇ ਪਰਟੀਕੂਲਰ ਏਰੀਆ ਦੇ ਵਿੱਚ ਹੈਗੀ ਆ, ਤਾਂ ਐਸੇ ਦੇ ਵਿੱਚ ਕੋਈ ਵੀ ਫੈਮਲੀ ਜਾਂ ਕੋਈ ਵੀ ਜੋ ਕਮਰਸ਼ੀਅਲੀ ਕੋਈ ਵੀ ਐਸਟੈਬਲਿਸ਼ਮੈਂਟ ਹੈ ਉਸ ਏਰੀਆ ਦੇ ਵਿੱਚ ਕੋਈ ਵੀ ਪਰਸਨ ਕਰਨੀ ਪ੍ਰੈਫਰ ਨਹੀਂ ਕਰਦਾ, ਜਿਹਦੇ ਕਰਕੇ ਉਹਨਾਂ ਏਰੀਆਜ਼ ਦੇ ਵਿੱਚ ਪ੍ਰੋਪਰਟੀ ਦਾ ਵੀ ਲੋਸ, ਸਾਨੂੰ ਜਿਹੜਾ ਉਹਨਾਂ ਦੀ ਪ੍ਰਾਈਸ ਹੈਗੀ ਆ ਉਹਦੀ ਵੈਲਿਊ ਕਾਫੀ ਗਿਰ ਜਾਂਦੀ ਆ, ਜਿਹਦੇ ਕਰਕੇ ਜੋ ਲੋਕ ਉਹਦੇ ਓਨਰ ਹੁੰਦੇ ਆ ਉਹਨਾਂ ਨੂੰ ਲੋਸ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋ ਇਸ ਤਰ੍ਹਾਂ ਬਹੁਤ ਸਾਰੇ ਮਾਰੂ ਪ੍ਰਭਾਵ ਜਿਨ੍ਹਾਂ ਦਾ ਕੋਈ ਬਾਉਂਡਰੀਜ਼ ਹੀ ਨਹੀਂ ਹਨ, ਸਮਾਜਿਕ ਤੌਰ 'ਤੇ ਸਾਨੂੰ ਇਹ ਨਸ਼ਿਆਂ ਦੇ ਕਰਕੇ ਜਿਹੜੇ ਆ ਉਹ ਦੇਖਣ ਨੂੰ ਮਿਲਦੇ ਆ। ਸੋ ਹੁਣ ਸੁਸਾਇਟੀ ਕੀ ਰੋਲ ਪਲੇ ਕਰ ਸਕਦੀ ਹੈ? ਸੁਸਾਇਟੀ ਐਜ਼ ਅ ਸਟੇਕ ਹੋਲਡਰ ਇੱਕ ਅਹਿਮ ਰੋਲ ਅਦਾ ਕਰ ਸਕਦੀ ਆ ਇਹਨਾਂ ਨਸ਼ਿਆਂ ਦੀ ਗ੍ਰਿਫਤ ਦੇ ਵਿੱਚੋਂ। ਜੋ ਨੌਜਵਾਨ ਜਾਂ ਹੋਰ ਵਿਅਕਤੀ ਇਹਦੇ ਵਿੱਚ ਆ ਚੁੱਕੇ ਆ, ਉਹਨਾਂ ਨੂੰ ਇਹ ਤੋਂ ਇੱਕ ਮੇਨ ਸਟਰੀਮ ਦੇ ਤਰਫ ਵਾਪਸ ਲੈ ਕੇ ਆਉਣ ਦੇ ਵਿੱਚ ਸੁਸਾਇਟੀ ਅਹਿਮ ਰੋਲ ਪਲੇ ਕਰ ਸਕਦੀ ਆ। ਸੋ ਆਮ ਤੌਰ 'ਤੇ ਜੋ ਸਾਡਾ ਰਵੱਈਆ ਕੀ ਰਹਿੰਦਾ ਕਿ ਕੋਈ ਬੰਦਾ ਨਸ਼ਾ ਕਰਨ ਲੱਗ ਗਿਆ, ਉਹਨੂੰ ਛੱਡ ਦਿਓ, ਤਿਆਗ ਕਰ ਦਿਓ, ਉਹਦੇ ਨਾਲ ਜੋ ਹੈ ਸਮਾਜਿਕ ਤੌਰ 'ਤੇ ਬਾਈਕਾਟ ਕਰ ਦਿਓ। ਸੋ ਸੁਸਾਇਟੀ ਉਹਦਾ ਤਿਆਗ ਕਰ ਦਿੰਦੀ ਹੈ, ਜਦ ਕਿ ਇੱਥੇ ਸਮਝਣ ਦੀ ਲੋੜ ਹੈ ਕਿ ਅਗਰ ਕੋਈ ਪਰਸਨ ਡਰੱਗ ਐਡਿਕਟਡ ਹੈ ਸਕਦਾ ਤਾਂ ਰੀਜ਼ਨਸ ਆਰ ਵੇਰੀਅਸ, ਬਹੁਤ ਸਾਰੇ ਕਾਰਨ ਹੋ ਸਕਦੇ ਆ ਉਹਦੇ ਪਿੱਛੇ। ਤਾਂ ਉਸ ਚੀਜ਼ ਦੀ ਨੂੰ ਸਮਝਦੇ ਹੋਏ ਅਸੀਂ ਇਹਨੂੰ ਇੱਕ ਬਾਕੀ ਬਿਮਾਰੀਆਂ ਦੀ ਤਰ੍ਹਾਂ ਇੱਕ ਬਿਮਾਰੀ ਹੀ ਸਮਝੀਏ ਕਿ ਇਹ ਵੀ ਇੱਕ ਡਿਸੀਜ਼ ਹੈ ਜਿਹਦੇ ਟਰੀਟਮੈਂਟ ਦੀ ਲੋੜ ਹੈ। ਉਸ ਪਰਸਨ ਨੂੰ ਟਰੀਟਮੈਂਟ ਦੇ ਨਾਲ ਨਾਲ ਸਾਡੇ ਕੰਪੈਸ਼ਨ, ਲਵ ਐਂਡ ਸਪੋਰਟ ਦੀ ਬਹੁਤ ਲੋੜ ਹੈ, ਜਿਹਦੇ ਨਾਲ ਕਿ ਜ਼ਰੂਰ ਹੀ ਉਸ ਵਿਅਕਤੀ ਨੂੰ ਅਸੀਂ ਇਸ ਨਸ਼ੇ ਦੀ ਗ੍ਰਿਫਤ ਦੇ ਵਿੱਚੋਂ ਬਾਹਰ ਕੱਢ ਕੇ ਵਾਪਸ ਮੇਨ ਸਟਰੀਮ ਦੇ ਵੱਲ ਲੈ ਕੇ ਆ ਸਕਦੇ ਹਾਂ। ਸੋ ਇੱਕ ਸੁਸਾਇਟੀ ਕੀ ਰੋਲ ਪਲੇ ਕਰ ਸਕਦੀ ਹੈ ਕਿ ਕਿਸ ਤਰ੍ਹਾਂ ਅਸੀਂ, ਅਗਰ ਸਾਡੇ ਕੋਈ ਕੰਟੈਕਟ ਦੇ ਵਿੱਚ ਐਸਾ ਪਰਸਨ ਹੈ ਜੋ ਕਿ ਬੇਸ਼ੱਕ ਸਾਡੀ ਫੈਮਿਲੀ ਨਾਲ ਸੰਬੰਧਿਤ ਨਹੀਂ ਹੈ, ਲੇਕਿਨ ਸਮਾਜਿਕ ਤੌਰ 'ਤੇ ਅਸੀਂ ਬੀਇੰਗ ਮੈਂਬਰ ਆਫ ਸੁਸਾਇਟੀ ਉਸ ਪਰਸਨ ਦੀ ਹੈਲਪ ਕਰ ਸਕਦੇ ਹਾਂ, ਕੋਈ ਉਹਨੂੰ ਗਾਈਡ ਕਰ ਸਕਦੇ ਹਾਂ, ਔਰ ਬਹੁਤ ਹੀ ਕੰਪੈਸ਼ਨੇਟਲੀ ਅਸੀਂ ਜਿਹੜਾ ਆ ਇਸ ਚੀਜ਼ ਦੇ ਨਾਲ ਸਮਾਜ ਨੂੰ ਕੰਟਰੀਬਿਊਟ ਕਰ ਸਕਦੇ ਹਾਂ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਮੈਂ ਅੱਜ ਦਾ ਆਪਣਾ ਲੈਕਚਰ ਜਿਹੜਾ ਖਤਮ ਕਰਦੀ ਹਾਂ। ਸੋ ਥੈਂਕ ਯੂ ਆਲ। ਨਾਓ ਓਵਰ ਟੂ ਯੂ ਦਕਸ਼ ਸਰ। ਮੈਡਮ ਧੋਨੀ ਨੇ ਆਪਣੇ ਲੈਕਚਰ ਦੇ ਵਿੱਚ ਬਹੁਤ ਖੂਬੀ ਨਾਲ ਇਹ ਦੱਸਿਆ ਕਿ ਸਾਡੇ ਸੋਸ਼ਲ ਸਿਸਟਮ ਉੱਤੇ ਨਸ਼ੇ ਦੇ ਕੀ ਪ੍ਰਭਾਵ ਪੈਂਦੇ।
ਉਹਦੇ ਇਫੈਕਟਸ ਕੀ ਪੈਂਦੇ ਨੇ, ਸਾਡੇ ਨੌਜਵਾਨ ਪੀੜ੍ਹੀ ਕਿੱਦਾਂ ਖਰਾਬ ਹੋ ਰਹੀ ਹੈ। ਸਾਡੇ ਨੌਜਵਾਨ ਜਿਹੜੀ ਪੀੜ੍ਹੀ ਹੈ ਉਹਨੂੰ ਨਸ਼ਿਆਂ ਨੇ ਮਾਰਿਆ ਹੋਇਆ, ਉਹ ਨਸ਼ੇ ਦੀ ਗਾਰਕ ਦੇ ਵਿੱਚ, ਉਹਨੂੰ ਨਸ਼ੇ ਦੀ ਗਾਰਕ ਦੇ ਵਿੱਚੋਂ ਕੱਢਣ ਵਾਸਤੇ ਸਾਨੂੰ ਬਹੁਤ ਜ਼ਿਆਦਾ ਜਿਹੜਾ ਹੈ ਐਫਰਟ ਕਰਨੇ ਪੈਣਗੇ। ਔਰ ਇਹ ਜਿਹੜਾ ਸਾਡਾ ਬੜੀ ਪ੍ਰੋਗਰਾਮ ਹੈਗਾ ਹੈ, ਇਹ ਸਹੀ ਦਿਸ਼ਾ ਦੇ ਵਿੱਚ ਇੱਕ